मैं रानी नगिंदर अपनी लिखी कहानी पेश कर रही ਹਾਂ। ਕਹਾਣੀ ਦਾ ਉਨਵਾਨ ਹੈ ਇੱਕ ਰਾਤ। ਸਰਦੀਆਂ ਦੀ ਇੱਕ ਰਾਤ ਤੇ ਆਪਣੇ ਸਮਿਆਂ ਦੇ ਅਸੀਂ ਮਾਸੂਮ ਤੇ ਨਾਦਾਨ ਬੱਚੇ ਸਕੂਲ ਦਾ ਕੰਮ ਮੁਕਾ ਕੇ ਟਾਰਜ਼ਨ ਹੀਮਨ ਤੇ 6 ਮਿਲੀਅਨ ਡਾਲਰ ਵੂਮਨ ਬਣ ਕੇ ਪਲੰਗ ਨੂੰ ਯੁੱਧ ਖੇਤਰ ਬਣਾ ਕੇ ਸਿਰਹਾਣਿਆਂ ਨਾਲ ਕੁਸ਼ਤੀ ਕਰਦੇ, ਕਾਮਿਕ ਕਾਗਜ਼ ਦੀਆਂ ਬੇੜੀਆਂ ਰਾਕਟ ਦੀਆਂ ਚਿੰਦੀਆਂ ਉਡਾਉਂਦੇ, ਚੋਂ ਚੋਂ ਪੋਂ ਪੋਂ ਦਾ ਸ਼ੋਰ ਮਚਾਉਂਦੇ ਦਾਦੀ ਮਾਂ ਦੇ ਦੁਆਲੇ ਜੁੜੇ ਹਾਂ। ਦਾਦੀ ਮਾਂ ਕਹਾਣੀ ਸੁਣਾਓ ਪਲੀਜ਼। ਦਾਦੀ ਮਾਂ ਦੀ ਮਿੱਠੀ ਕੁਰਕੀ। ਤੁਹਾਡਾ ਬੇੜਾ ਤਰੇ। ਵੇਖੋ ਨੱਚ ਨੱਚ ਕੇ ਬਿਸਤਰੇ ਦਾ ਕੀ ਹਾਲ ਬਣਾਇਆ ਹੈ। ਤੁਹਾਨੂੰ ਲੇਲੀਆਂ ਵੱਢਣ ਸੌਂਦੇ ਹੋ ਕਿ ਨਹੀਂ? ਭੂਤਨੇ ਨਾ ਹੋਣ ਤੇ ਸੌਂ ਜਾਓ ਚੁੱਪ ਕਰਕੇ। ਸਵੇਰੇ ਸਭ ਨੇ ਸਕੂਲ ਜਾਣਾ ਹੈ। ਦਾਦੀ ਮਾਂ ਇੱਕ ਕਹਾਣੀ ਪਲੀਜ਼। ਅੱਛਾ ਦਾਦੀ ਮਾਂ ਦੱਸੋ ਸਾਰੀ ਦੁਨੀਆ 'ਚ ਕਿੰਨੇ ਆਦਮੀ ਹੋਣਗੇ? ਦਾਦੀ ਮਾਂ ਦੱਸੋ ਨਾ ਸਾਰੀ ਦੁਨੀਆ 'ਚ ਕਿੰਨੇ ਆਦਮੀ ਹੋਣਗੇ? ਸੌਂਦੇ ਹੋ ਕਿ ਨਹੀਂ? ਦਾਦੀ ਮਾਂ ਫਿਰ ਝੜਕਦੀ ਹੈ। ਦਾਦੀ ਮਾਂ ਪਲੀਜ਼ ਦੱਸੋ ਨਾ ਸਾਰੀ ਦੁਨੀਆ 'ਚ ਕਿੰਨੇ ਆਦਮੀ ਹੋਣਗੇ? ਫਿਰ ਸਾਰੇ ਆਦਮੀ ਕਿੱਥੋਂ ਆਏ? ਸਭ ਤੋਂ ਪਹਿਲਾ ਆਦਮੀ ਤੇ ਔਰਤ ਆਪਸ ਵਿੱਚ ਭੈਣ ਭਰਾ ਹੋਏ ਨਾ। ਤੁਸੀਂ ਤਾਂ ਕਹਿੰਦੇ ਹੋ ਭੈਣ ਭਰਾ ਆਪਸ 'ਚ ਵਿਆਹ ਨਹੀਂ ਕਰ ਸਕਦੇ। ਫਿਰ ਅਸੀਂ ਸਾਰੇ ਉਹਨਾਂ ਦੇ ਬੱਚੇ ਕਿਵੇਂ ਹੋਏ? ਜੇ ਅਸੀਂ ਉਹਨਾਂ ਦੇ ਬੱਚੇ ਹੋਏ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਸਾਰੇ ਆਪਸ 'ਚ ਭੈਣ ਭਰਾ ਹੋਏ, ਯਾਨੀ ਇੱਕਦਮ ਸੱਕੇ ਰਿਸ਼ਤੇਦਾਰ, ਜਿਵੇਂ ਕਿ ਵਰਮਾ ਅੰਕਲ, ਬਸ਼ੀਰ ਚਾਚਾ, ਮੇਗੂ ਬਾਬਾ ਤੇ ਪਾਦਰੀ ਅੰਕਲ। ਕੀ ਇਹ ਸੱਚ ਹੈ? ਦਾਦੀ ਮਾਂ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ। ਨਹੀਂ, ਪਹਿਲਾਂ ਮੇਰੀ ਗੱਲ ਦਾ। ਦਾਦੀ ਮਾਂ ਦੇ ਕੰਮਾਂ ਦਾ ਰੁਝੇਵਾਂ ਪਲ ਪਲ ਵਧਾਉਂਦੇ, ਥੋੜ੍ਹੇ ਕੁ ਭੋਲੇਪਨ, ਥੋੜ੍ਹੇ ਕੁ ਪਿਆਰ, ਥੋੜ੍ਹੇ ਕੁ ਆਪਣੇਪਨ ਤੇ ਬੜੀ ਸਾਰੀ ਉਤਸੁਕਤਾ ਨਾਲ ਇਹ ਸਵਾਲ ਪੁੱਛਦੇ। ਅਸੀਂ ਹੱਸਦੇ ਹੱਸਦੇ ਰੋ ਪੈਂਦੇ ਤੇ ਰੋਂਦੇ ਰੋਂਦੇ ਹੱਸ ਪੈਂਦੇ। ਮਨੁੱਖਤਾ 'ਚ ਭਰੋਸਾ ਰੱਖਣ ਵਾਲੀ, ਜ਼ਿੰਦਗੀ ਨਾਲ ਪਿਆਰ ਕਰਨ ਵਾਲੀ ਦਾਦੀ ਮਾਂ ਦਾ ਚੁਰੀਆਂ ਵਾਲਾ ਪੋਪਲਾ ਜਿਹਾ ਚਿਹਰਾ ਮੁਸਕਰਾ ਉੱਠਦਾ। ਬਰੁਕਡੇਲ ਹਸਪਤਾਲ, ਬੱਚਿਆਂ ਦਾ ਐਮਰਜੈਂਸੀ ਰੂਮ, ਐਜ਼ਮੇ ਰੂਮ, ਦਮੇ ਦੇ ਰੋਗੀਆਂ ਦੇ ਇਲਾਜ ਕਰਨ ਵਾਲੇ ਕਮਰੇ 'ਚ 2 ਦਮੇ ਦੇ ਰੋਗੀ ਬੱਚਿਆਂ ਨੂੰ ਮੈਂ ਪ੍ਰੀਵੈਂਟਿਵ ਟਰੀਟਮੈਂਟ ਦਿੰਦੀ ਹਾਂ। ਬੱਚਿਆਂ ਦੇ ਸਾਹ ਤੌਂਕਣੀ ਵਾਂਗ ਚੱਲ ਰਹੇ ਹਨ। ਆਕਸੀਜਨ ਪਾਈਪ ਦੀ ਮੂੰਹਦਾਨੀ 'ਚੋਂ ਪਾਣੀ ਦੇ ਬੁਲਬੁਲੇ ਦੇ ਭਾਫ ਉੱਠ ਰਹੇ ਨੇ। ਬੱਚੇ ਆਕਸੀਜਨ ਨੂੰ ਅੰਦਰ ਖਿੱਚ ਖਿੱਚ ਕੇ ਹੁੱਕੇ ਵਾਂਗ ਸੁੜਕ ਕੇ ਮਾਰ ਰਹੇ ਨੇ। ਡਾਕਟਰ ਸੀ ਨੇ ਹੱਥ ਹਿਲਾ ਕੇ ਸਾਨੂੰ ਸਾਰਿਆਂ ਨੂੰ ਚੁਸ ਕੀਤੀ ਤੇ ਆ ਗਈ ਤੇ ਹੋ ਗਈ। ਹਰ ਰਾਤ ਡਿਊਟੀ ਖਤਮ ਹੋਣ ਤੋਂ ਬਾਅਦ ਉਹ ਘਰ ਜਾਣ ਤੋਂ ਪਹਿਲਾਂ ਥੋੜ੍ਹੀ ਦੇਰ ਜਾ ਕੇ ਬਾਹਰ 'ਚ ਬੈਠਦੀ ਹੈ। ਬੀਅਰ ਦਾ ਗਲਾਸ ਲੈ ਕੇ ਫਾਇਰ ਪਲੇਸ ਨਾਲ ਲੱਗੀ ਮੇਜ਼ ਉੱਪਰ ਹੱਥ ਰੱਖ ਕੇ ਦੀਵਾਰ ਉੱਪਰ ਟੰਗੀਆਂ ਬੰਦੂਕਾਂ, ਤਲਵਾਰਾਂ ਤੇ ਚਿੱਤਰਾਂ ਦੀ ਇਤਿਹਾਸਕ ਚੁੱਪ ਦਾ ਮਜ਼ਾ ਲੈਂਦੀ ਹੈ। ਗਲਾਸਾਂ ਦੇ ਖੜਾਕ, ਹਾਸੇ, ਚੁੰਮਨ, ਖੰਘ ਤੇ ਸਿਗਰਟ ਦੇ ਧੂੰਏਂ ਤੇ ਜੂਕ ਬਾਕਸ 'ਚ ਪੈਸੇ ਪਾ ਕੇ ਇੱਕ ਪਿੱਛੋਂ ਦੂਜਾ ਰਿਕਾਰਡ ਸੁਣਦੀ ਹੈ। ਬੱਚਿਆਂ ਦੇ ਐਮਰਜੈਂਸੀ ਰੂਮ 'ਚ ਅੱਜ ਦੀ ਰਾਤ ਮੈਂ ਤੇ ਡਾਕਟਰ ਬੀ ਕਾਲ 'ਤੇ ਹਾਂ। ਇੱਕ 2 ਸਾਲਾ ਬੱਚਾ ਜਿਸ 2 ਘੰਟੇ ਪਹਿਲਾਂ 2 ਕੱਪ ਕਲੋਰੈਕਸ ਪੀਤਾ, ਸਾਹਮਣੇ ਸਟ੍ਰੈਚਰ 'ਤੇ ਲਿਟਿਆ ਰੂ ਰੂ ਕਰ ਰਿਹਾ ਹੈ। ਨਰਸ ਉਸ ਦੇ ਵਾਈਟਲ ਸਾਇੰਸ ਲੈਂਦੀ, ਕਲੋਰੈਕਸ ਦੀ ਖਾਲੀ ਸ਼ੀਸ਼ੀ ਮੈਨੂੰ ਫੜਾਉਂਦੀ ਹੈ। ਮੈਂ ਮਾਂ ਨੂੰ 2-1 ਸਵਾਲ ਪੁੱਛਦੀ ਹਾਂ ਔਰ ਫਿਰ ਪੋਇਜ਼ਨ ਕੰਟਰੋਲ ਨੂੰ ਫੋਨ ਕਰਦੀ ਹਾਂ। ਫੋਨ ਦੇ ਦੂਜੇ ਪਾਸੇ ਪੋਇਜ਼ਨ ਕੰਟਰੋਲ ਦਾ ਅਫਸਰ ਮਾਈਕਲ ਕਹਿੰਦਾ ਹੈ, ਕਲੋਰੈਕਸ ਦਾ ਇਹ ਬ੍ਰਾਂਡ ਲੋ ਟੌਕਸਿਕ ਹੈ। ਜੇ ਬੱਚਾ ਨਾਰਮਲ ਹੈ ਤਾਂ ਘਰ ਭੇਜ ਦਿਓ। ਹਾਂ, ਮਾਪਿਆਂ ਨੂੰ ਹਿਦਾਇਤ ਨਾਲ ਕਿ ਐਲਰਜੀ ਰਿਐਕਸ਼ਨ ਲਈ ਬੱਚੇ ਨੂੰ ਓਬਜ਼ਰਵ ਕਰਨ। ਬਾਹਰ ਇੱਕ ਐਂਬੂਲੈਂਸ ਸ਼ਰਾਬ ਦੇ ਨਸ਼ੇ 'ਚ ਧੁੱਤ 16 ਸਾਲਾ ਕਾਲੇ ਮੁੰਡੇ ਨੂੰ ਲੈ ਕੇ ਆਈ ਹੈ। ਹਥਲੇ ਕੰਮ ਵਿੱਚੇ ਛੱਡਾ ਕੇ ਮੈਂ ਤੇ ਡਾਕਟਰ ਬੀ ਤੇ ਦੋਵੇਂ ਨਰਸਾਂ ਵਰਗੀਜ਼ ਤੇ ਸ਼ਰਲੇ ਮਰੀਜ਼ ਵੱਲ ਵਧਦੀਆਂ ਹਨ। ਸ਼ਰਾਬ ਦੀ ਬੋ ਨਾਲ ਆਲਾ ਦੁਆਲਾ ਖਟਿਆਰਾ ਤੇ ਦੁਰਗੰਧਿਤ। ਮਰੀਜ਼ ਦੇ ਹੋਸ਼ੋ ਹਵਾਸ ਗੁੰਮ, ਟੈਂਪਰੇਚਰ ਬਿਲੋ ਨਾਰਮਲ। ਪਲਾਂ 'ਚ ਮਰੀਜ਼ ਨੂੰ ਕਾਰਡੀਅਕ ਮੋਨੀਟਰ 'ਤੇ ਪਾ ਕੇ ਗਲੂਕੋਜ਼ ਚੜ੍ਹਾ ਕੇ ਉਸ ਦਾ ਖੂਨ ਤੇ ਪਿਸ਼ਾਬ ਲੈਬੋਰਟਰੀ 'ਚ ਭੇਜਿਆ ਜਾਂਦਾ ਹੈ। ਸ਼ਰਲੇ ਰੂਮ ਨੰਬਰ 3 ਵੱਲ ਇਸ਼ਾਰਾ ਕਰਦੀ ਇੱਕ ਚਾਰਟ ਮੇਰੇ ਵੱਲ ਵਧਾਉਂਦੀ ਹੈ। ਮੈਂ ਕਮਰੇ ਦੀ ਸਰਦਲ 'ਤੇ ਖੜੀ ਇੱਕ ਚਾਰਟ ਅੰਦਰ ਮਰੀਜ਼ ਉੱਤੇ ਤੇ ਦੂਜੀ ਚਾਰਟ 'ਤੇ ਪਾਉਂਦੀ ਹਾਂ। 14 ਸਾਲਾ ਪੋਰਟੋਰੀਕਨ ਕੁੜੀ ਮਾਂ ਨਾਲ ਲੜਾਈ, ਗੁੱਸੇ 'ਚ ਦੋਹਾਂ ਬਾਹਾਂ ਨੂੰ ਚਾਕੂ ਨਾਲ ਖੁਰਚ ਲਿਆ। ਕੱਪੜਿਆਂ 'ਤੇ ਤਾਜ਼ੇ ਖੂਨ ਦੇ ਧੱਬੇ। ਸਾਈਕ ਕੇਸ ਹੈ, ਕੰਡਕਟ ਡਿਸਆਰਡਰ। ਪਲ ਲਈ ਸੋਚਦੀ ਹਾਂ, ਜਵਾਨ ਬੱਚਿਆਂ ਦੇ ਤਪਤੇ ਮਨ, ਬਲਦੇ ਜਿਸਮ,
ਅੱਗ ਦੀਆਂ ਜੀਬਾਂ, ਲਾਲ ਸੰਗ, ਖਾਲੀ ਖਾਲੀ ਜ਼ਿੰਦਗੀ ਅਤੇ ਜ਼ਿੰਦਗੀ ਨੂੰ ਆਪਣੇ ਛਾਂਟੇ ਮਾਰ-ਮਾਰ ਕੇ ਦੌੜਾਉਣ ਦਾ ਸ਼ੌਕ, ਆਪਣੀ ਸੋਚਣੀ ਤੇ ਕਰਨੀ ਦੇ ਕੈਦੀ ਤੇ ਮਾਪੇ ਬੇਬਸ, ਵਿਚਾਰ, ਲਾਚਾਰ, ਜ਼ਿੰਦਗੀ ਦੀਆਂ ਤਾਰਨਾਵਾਂ ਤੇ ਤਾਂਘਾਂ ਦਾ ਅਲਜਬਰਾ ਚੱਕਰਵਟ, ਤਰਵਾਸ, ਸਹਿਨਸ਼ੀਲਤਾ, ਕੁਰਬਾਨੀ ਛਿੱਕੇ ਤੇ ਟੰਗੇ ਗਏ। ਕੁੜੀ ਮਾਂ-ਬਾਪ ਤੇ ਪੁਲਿਸ ਅਫਸਰਾਂ ਨੂੰ ਇੱਕ ਦੁੱਕੇ ਸਵਾਲ ਪੁੱਛਦੀ, ਮੈਂ ਚਾਰਟ ਨੂੰ ਵਿਚਕਾਰਲੇ ਖਾਨੇ 'ਚ ਰੱਖ ਦਿੰਦੀ ਹਾਂ। ਇਹ ਸਾਰੇ ਦੇ ਸਾਰੇ ਬੰਦੇ ਸਾਰੀ ਰਾਤ ਇੱਥੇ ਲਟਕਣਗੇ। ਆਏ ਤੇ ਆਪਣੀ ਮਰਜ਼ੀ ਨਾਲ ਸਨ, ਜਾਣਗੇ ਡਾਕਟਰਾਂ ਦੀ ਮਰਜ਼ੀ ਨਾਲ। ਸਵੇਰੇ ਸਾਈਕ ਡਾਕਟਰ ਆਵੇਗਾ, ਘੰਟਿਆਂ ਬੱਧੀ ਇਹਨਾਂ ਨਾਲ ਸਿਰ ਖਪਾਵੇਗਾ। ਫਿਰ ਵੀ ਜੇ ਕੁੜੀ ਮਾਪਿਆਂ ਨਾਲ ਘਰ ਨਾ ਜਾਣਾ ਚਾਹਵੇ ਤਾਂ ਉਸ ਨੂੰ ਕਿਸੇ ਗਰੁੱਪ ਹੋਮ ਵਿੱਚ ਭੇਜ ਦਿੱਤਾ ਜਾਵੇਗਾ। ਦੀਵਾਰ 'ਤੇ ਟੰਗੀ ਘੜੀ ਵੱਲ ਤੱਕਦੀ ਹਾਂ, 10 ਵੱਜ ਰਹੇ ਹਨ। ਅੱਜ ਦੀ ਰਾਤ ਤੇ ਉਸ ਸਿਆਲੀ ਰਾਤ ਵਿਚਕਾਰ ਜਦੋਂ ਮਾਸੂਮ ਤੇ ਨਾਦਾਨ ਬੱਚੇ ਹੁੰਦੇ ਸਾਂ, 15 ਸਾਲਾਂ ਦੀ ਵਿੱਥ ਹੈ। ਇਸ ਦੌਰਾਨ ਕਿਤਨੇ ਦਿਨ ਚੜ੍ਹੇ, ਅੱਖਾਂ 'ਚ ਸੂਰਜ, ਦਿਮਾਗ 'ਚ ਵਿਆਕਰਨ, ਮੋਢਿਆਂ 'ਤੇ ਪਾਰ ਤੇ ਪੈਰਾਂ 'ਚ ਨਕਸ਼ੇ ਲਈ। ਤੇ ਕਿੰਨੀਆਂ ਰਾਤਾਂ ਬੀਤ ਗਈਆਂ, ਮਨ, ਅੱਖਾਂ, ਨੀਂਦ ਤੇ ਸੁਪਨਿਆਂ 'ਚ। ਰਾਤ ਦੇ 10 ਵੱਜ ਰਹੇ ਨੇ, ਜੰਮੂ ਇਸ ਵੇਲੇ ਸਵੇਰੇ ਦੇ 8 ਵਜੇ ਹੋਣਗੇ। ਪੂਰੇ 10 ਘੰਟਿਆਂ ਦਾ ਫਰਕ ਹੈ। ਸੋਚਦੀ ਹਾਂ ਹਰਦੇਵ ਇਸ ਵੇਲੇ ਕੀ ਕਰ ਰਿਹਾ ਹੋਏਗਾ, ਕੋਈ ਸਰਜਰੀ, ਫਲਰਟੇਸ਼ਨ ਜਾਂ ਵਹੁਟੀ ਨਾਲ ਤੂੰ ਮੈਂ ਉਸ ਦੇ ਖਤ ਦਾ ਜਵਾਬ ਨਹੀਂ ਦਿੱਤਾ। ਕਿਉਂ ਦਿੰਦੀ? ਕੀ ਸਾਰੀ ਗਲਤੀ ਮੇਰੀ ਹੀ ਸੀ? ਮੈਂ ਉਸ ਦਾ ਖਤ ਫਾੜ ਕੇ ਡਸਟਬਿਨ ਸੁੱਟ ਦਿੱਤਾ ਹੈ। ਪਤਾ ਨਹੀਂ ਉਹ ਖਤ ਦੇ ਤੁੜੇ ਮੁੜੇ ਟੁਕੜੇ ਸਨ ਜਾਂ ਸੁਫਨਿਆਂ ਦੇ ਲੰਗਾਰ। ਸਭ ਟੁਕੜੇ ਇੱਕ ਦੂਜੇ ਹੇਠ ਦੱਬੇ ਇੱਕ ਦੂਜੇ ਵਿੱਚੋਂ ਕੁਝ ਢੂੰਡ ਰਹੇ ਹਨ। ਸਮਾਂ ਬੀਤ ਰਿਹਾ ਹੈ। ਘਰ ਮੇਰਾ ਬੱਚਾ ਮੇਰਾ ਇੰਤਜ਼ਾਰ ਕਰਦਾ ਸੌਂ ਗਿਆ ਹੋਵੇਗਾ। ਬੱਚੇ ਨੂੰ ਸੁਆ ਕੇ ਮੇਰਾ ਪਤੀ ਟੈਡ ਕੋਪਲ ਦਾ ਸ਼ੋਅ ਵੇਖ ਰਿਹਾ ਹੋਵੇਗਾ। ਬੜਾ ਫਰਕ ਹੈ ਪਤੀ ਤੇ ਮਹਿਬੂਬ ਵਿੱਚ। ਇੱਕ ਠੰਡਾ ਕੰਪਿਊਟਰ, ਦੂਜਾ ਬਲਦਾ ਸੂਰਜ। ਵਕਤ ਮੇਰੇ ਕੰਨਾਂ ਕੋਲੋਂ ਤੇਜ਼-ਤੇਜ਼ ਚਲਦੀ ਹਵਾ ਵਾਂਗਰ ਸ਼ੂਕਦਾ ਲੰਘ ਰਿਹਾ ਹੈ। ਇਸ ਵੇਲੇ ਮੈਂ ਬੱਚਿਆਂ ਦੇ ਐਮਰਜੈਂਸੀ ਅਮਲੇ ਦੇ ਸਮੂਹ ਦਾ ਇੱਕ ਹਿੱਸਾ ਹਾਂ। ਇੱਕੋ ਵਕਤ 'ਤੇ ਆਪਣੇ ਨਾਲ ਕੰਮ ਕਰਨ ਵਾਲੀ ਟੀਮ ਦੇ ਬਹੁਤ ਅਨਕਰੀਬ ਤੇ ਸ਼ਾਇਦ ਬਹੁਤ ਦੂਰ। ਡਾਕਟਰ ਬੀ ਦਿਲੋਂ ਦਿਮਾਗ 'ਚ ਹੁੰਦੀ ਕਸ਼ਮਕਸ਼ ਸਮੇਤ ਸਦੀਆਂ ਪਿੱਛੇ ਟੁਰ ਗਈ ਹੈ। ਸ਼ਰਲੇ 8 ਮਹੀਨੇ ਦਾ ਬੱਚਾ ਢਿੱਡ 'ਚ ਚੁੱਕੀ ਆਉਣ ਵਾਲੇ ਵਕਤ 'ਚ ਸਾਹ ਲੈ ਰਹੀ ਹੈ। ਬਾਹਰ ਘੋਰ ਹਨੇਰਾ ਹੈ। ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਹੈ। ਸੜਕ ਦੀ ਰੋਸ਼ਨੀ 'ਚ ਚਮਕ ਨਹੀਂ। ਲੱਗਦਾ ਹੈ ਰੋਸ਼ਨੀ ਤੇ ਹਨੇਰੇ ਦੀ ਆਪਸੀ ਲੜਾਈ ਹੋ ਰਹੀ ਹੈ। ਨਰਸ ਇੱਕ ਰੇਪ ਹੋਈ ਕੁੜੀ ਦਾ ਟ੍ਰੀਆਜ ਕਰ ਰਹੀ ਹੈ। ਰੇਪ ਕੇਸ ਰਾਤੀ ਤਕਰੀਬਨ ਇਸੇ ਵੇਲੇ ਆਉਂਦੇ ਹਨ। ਬਹੁਤੀਆਂ ਨਾਬਾਲਗ ਕੁੜੀਆਂ ਅਸਲੋਂ ਰੇਪਡ ਨਹੀਂ ਹੋਈਆਂ ਹੁੰਦੀਆਂ। ਆਪਣੇ ਦੋਸਤ ਮੁੰਡਿਆਂ ਨਾਲ ਇੱਕ ਅੱਧੀ ਰਾਤ ਬਾਹਰ ਲਗਾਉਂਦੀਆਂ ਨੇ, ਫਿਰ ਮਾਪਿਆਂ ਤੋਂ ਡਰਦੀਆਂ ਆਪਣਾ ਰੇਪਡ ਹੋਣਾ ਦੱਸਦੀਆਂ ਹਨ। ਮੈਂ ਵਰਗੀਸ ਨੂੰ ਇੱਕ ਕੱਪ ਚਾਹ ਬਣਾਉਣ ਦਾ ਇਸ਼ਾਰਾ ਕਰਦੀ ਹਾਂ। ਪਤਾ ਹੈ ਇਸ ਕੇਸ ਨੂੰ ਰਜਿਸਟਰਡ ਹੁੰਦਿਆਂ ਹਾਲੇ 15-20 ਮਿੰਟ ਹੋਰ ਲੱਗ ਜਾਣਗੇ। ਕਲੀਨਿਕ ਕੋਟ ਦੀ ਜੇਬ 'ਚੋਂ ਇੱਕ ਕਾਗਜ਼ ਕੱਢਦੀ ਹਾਂ। ਸਾਰਿਆਂ ਵੱਲ ਦੇਖਦੀ ਹਾਂ। ਮੇਰੇ ਵੱਲ ਕੋਈ ਵੇਖ ਨਹੀਂ ਰਿਹਾ। ਦੂਜੀ ਜੇਬ 'ਚੋਂ ਪੈਨ ਕੱਢਦੀ ਹਾਂ। ਸ਼ਾਇਦ ਕੋਈ ਕਵਿਤਾ, ਕੋਈ ਕਹਾਣੀ ਬੌੜੇ। ਕਈ ਖਿਆਲ ਕਲਪਨਾ 'ਚ ਤੁਰਦੇ ਹਨ। ਕਲਪਨਾ ਸੋਚਾਂ ਦੀ ਕੈਦ 'ਚੋਂ ਨਿਕਲ ਕੇ ਹਰ ਪਾਸੇ ਰੌਸ਼ਨੀ ਖਿਲਾਰਦੀ ਹੈ। ਰੌਸ਼ਨੀ ਲਾਲ, ਪੀਲੀ, ਨੀਲੀ। ਰੌਸ਼ਨੀ ਵੇਖਦਿਆਂ ਸਾਰ ਰਾਹਾਂ ਦੇ ਕੰਢੇ ਸਿਰ ਕੱਢ ਕੇ ਖੜ੍ਹੇ ਹੋ ਜਾਂਦੇ ਨੇ। ਮੈਂ ਪੈਨ ਤੇ ਕਾਗਜ਼ ਵਾਪਸ ਜੇਬ 'ਚ ਰੱਖ ਦਿੰਦੀ ਹਾਂ। ਕਵਿਤਾ ਬੰਦੇ ਬੰਦੇ ਰੁੜ ਗਈ। ਕਹਾਣੀ ਫੈਲਦੇ ਫੈਲਦੇ ਪੁਰ ਗਈ। ਪਤਾ ਨਹੀਂ ਉਹ ਕਿਹੜੇ ਲੇਖਕ ਸਨ ਜਿਨ੍ਹਾਂ ਨੂੰ ਸੜਦੇ ਸੇਬਾਂ ਦੀ ਸੁਗੰਧ, ਮਾਰਫਿਨ ਦੇ ਟੀਕੇ, ਪਹਾੜ 'ਤੇ ਜਾਂ ਪੈਰੇ ਥੱਲੇ ਕਵਿਤਾ ਲਿਖਣ ਦੀ ਪ੍ਰੇਰਨਾ ਮਿਲਦੀ ਹੈ। ਜਦੋਂ ਚਾਹੁਣ 'ਤੇ ਕੁਝ ਲਿਖਿਆ ਨਾ ਜਾਏ ਤਾਂ ਹਾਲਤ ਜਾਨਲੇਵਾ ਹੁੰਦੀ ਹੈ। ਖੁਦਕੁਸ਼ੀ ਕਰਨ ਨੂੰ ਜੀ ਕਰਦਾ ਹੈ। ਪਤਾ ਨਹੀਂ ਕੁਝ ਨਵਾਂ ਲਿਖਣ ਲਈ ਮੈਨੂੰ ਕੀ ਕਰਨਾ ਪਵੇ। ਨਵੀਂ ਮੁਹੱਬਤ ਜਾਂ ਕੋਈ ਨਵਾਂ ਸਫ਼ਰ। ਮੈਂ ਪਰਛਾਵਿਆਂ ਨਾਲ ਲੁਕਣ ਮੀਟੀ ਖੇਡਦੀ ਹਾਂ। ਪਤਾ ਨਹੀਂ ਉਹ ਮੈਨੂੰ ਫੜ ਰਹੇ ਨੇ ਜਾਂ ਮੈਂ ਉਹਨਾਂ ਨੂੰ। ਲੱਗਦਾ ਹੈ ਸ਼ਾਇਦ ਕੋਈ ਵੀ ਕਿਸੇ ਨੂੰ ਨਹੀਂ ਲੱਭ ਰਿਹਾ। ਬਸ ਭਰਮ ਹਨ, ਵਹਿਮ ਹਨ, ਅੰਦੇਸ਼ੇ ਹਨ, ਅੰਦਾਜ਼ੇ ਹਨ। ਹਨੇਰੀਆਂ ਕੁੰਦਰਾਂ ਨੂੰ ਸੁੰਘ ਸੁੰਘ ਕੇ ਥੱਕ ਗਈਆਂ। ਕਿਤੇ ਕੋਈ ਨਹੀਂ। ਸਭ ਬੂਹੇ ਬੰਦ ਕਰਕੇ ਮੈਂ ਆਪਣੇ ਆਪ 'ਚ ਲੁਕ ਗਈ ਹਾਂ। ਚਾਹ ਦਾ ਪਿਆਲਾ ਤੇ ਚਾਟ ਮੇਜ਼ 'ਤੇ ਰੱਖਦਿਆਂ ਵਰਗੀਸ ਹਾਏ ਹਾਏ ਕਰਦੀ ਕਰਾ ਉੱਠੀ ਹੈ। ਸ਼ਾਇਦ ਉਹਦੇ ਲੱਕ 'ਚ ਕੜਲ ਪਿਆ ਹੈ। ਵਰਗੀਸ ਕੀ ਹੋਇਆ? ਮੈਂ ਪੁੱਛਦੀ ਹਾਂ। ਫਾਈਬਰੋਇਡਸ ਤੰਗ ਕਰਦੇ ਹਨ। ਕੱਲ੍ਹ ਸੋਨੋਗ੍ਰਾਮ ਕਰਵਾਇਆ ਸੀ।
अगले हफ्ते सर्जरी है। प्रॉब्लम यू नीड रेस्ट। नहीं, ऐसी कोई गल नहीं। ਉਹ ਸੰਭਲਦਿਆਂ ਗੱਲ ਬਦਲ ਕੇ ਕਹਿੰਦੀ ਹੈ, ਬਾਹਰ ਬਾਰਿਸ਼ ਜ਼ੋਰਾਂ 'ਤੇ ਹੈ। ਸੋਚਦੀ ਹਾਂ ਇਸ ਮੁਲਕ 'ਚ ਬਜਾਏ ਮਿਜ਼ਾਜ ਪੁਰਸੀ ਦੇ ਪੂਰੀ ਆਜ਼ਾਦੀ ਨਾਲ ਮੌਸਮ ਦੀ ਚੰਗਿਆਈ ਬੁਰਾਈ ਦਾ ਜ਼ਿਕਰ ਕਰਨਾ ਹਰ ਪ੍ਰਾਣੀ ਆਪਣਾ ਫਰਜ਼ ਸਮਝਦਾ ਹੈ। ਇਵੇਂ ਉਹ ਆਪਣੇ ਮਾਮਲਾਤ ਤੇ ਹੋਰਾਂ ਨੂੰ ਗੁਫ਼ਤਗੂ ਕਰਨੋਂ ਰੋਕ ਸਕਦਾ ਹੈ। ਉਹ ਦੁਹਰਾਉਂਦੀ ਹੈ, ਬਾਹਰ ਬਾਰਿਸ਼ ਹੋ ਰਹੀ ਹੈ ਤੇ ਠੰਡ ਵੀ ਵੱਧ ਰਹੀ ਹੈ। ਵਰਗੇਸ, ਠੰਡ ਤੋਂ ਸਿਵਾ ਇੱਥੇ ਹੈ ਕੀ? ਮੈਂ ਰੇਪ ਹੋਈ ਕੁੜੀ ਨੂੰ ਹਾਕ ਮਾਰਦੀ ਹਾਂ। 14 ਸਾਲਾ ਕੁੜੀ, ਉਸ ਦੀ ਮਾਂ ਦੇ 2 ਪੁਲਿਸ ਅਫਸਰ ਅੰਦਰ ਦਾਖਲ ਹੁੰਦੇ ਨੇ। ਬਾਹਰ ਵੇਟਿੰਗ ਰੂਮ ਮਰੀਜ਼ਾਂ ਨਾਲ ਭਰਿਆ ਪਿਆ ਹੈ। ਮਰੀਜ਼ ਤੇ ਮੌਤ ਦਾ ਕੀ ਵਸਾ। ਵੇਟਿੰਗ ਰੂਮ ਦੇ ਅੰਦਰ ਬੱਚੇ ਖੰਘ ਰਹੇ ਨੇ, ਰੋ ਰਹੇ ਨੇ, ਮਾਵਾਂ ਦੀਆਂ ਗੋਦੀਆਂ 'ਚੋਂ ਤਿਲਕ ਰਹੇ ਨੇ। ਵੇਟਿੰਗ ਰੂਮ ਦੀ ਬਾਰੀ ਦੇ ਬਾਹਰ ਬਾਰਿਸ਼ ਹੋ ਰਹੀ ਹੈ। ਹਵਾ ਵਿੱਚ ਝੂਲਦੇ ਰੁੱਖ ਦੇ ਪੱਤੇ ਖੜਖੜ ਕਰ ਰਹੇ ਨੇ। ਰੁੱਖ ਦਾ ਹਿੱਸਾ, ਰੁੱਖ ਤੋਂ ਟੁੱਟਿਆ ਇੱਕ ਪੱਤਾ ਕੱਲਾ ਕਾਰਾ ਹਵਾ 'ਚ ਉੱਡੀ ਜਾ ਰਿਹਾ ਹੈ। ਮੈਂ ਗੁਨਗੁਣਾਉਂਦੀ ਹਾਂ, ਨੈਣਾ ਬਰਸੇ ਰਿਮ ਝਿਮ ਨੈਣਾ ਬਰਸੇ। ਰੇਪ ਕੇਸ, ਰੇਪ ਕਿਟ, ਕਾਗਜ਼ੀ ਕਾਰਵਾਈ, ਰਾਤ ਦਾ ਸਫ਼ਰ, ਪੁੱਲੇ ਰਸਤੇ ਪਟਕੇ ਰਾਹੀ, ਸਾਗਰਾਂ ਦੀ ਡੂੰਘੀ ਚੁੱਪ ਦਾ ਸ਼ੋਰ। ਜ਼ਿਹਨ ਯਾਦਾਂ ਨਾਲ ਪਾਰਾ ਤੇ ਭਰਿਆ ਹੋਇਆ ਹੈ। ਯਾਦਾਂ ਮਿੱਠੀਆਂ, ਖੱਟੀਆਂ, ਫਿੱਕੀਆਂ, ਕਸੈਲੀਆਂ, ਕੌੜੀਆਂ। ਟੁੱਟਦੇ ਸ਼ੀਸ਼ੇ, ਧੜਕਦੇ ਅਕਸ। ਸਕੂਲ ਗਰਾਊਂਡ 'ਚ ਪੀਟੀ ਮਾਸਟਰ ਦੀ ਆਵਾਜ਼। ਸਾਡੇ ਕੂਲੇ ਹੱਥਾਂ 'ਚ ਲੇਜ਼ੀਅਮ, ਅਜਿੱਤ ਨੂੰ ਜਿੱਤ ਕਰਨ ਵਾਲੀ ਉਮਰ। ਗੀਤ, ਇਰਾਦੇ, ਪੀਟੀ ਮਾਸਟਰ ਦੀਆਂ 2 ਅੱਖਾਂ 100 ਅੱਖਾਂ 'ਚ ਝਾਂਕਦੀਆਂ। ਲਲਕਾਰ, ਉਡੀਕ, ਇਸ਼ਾਰੇ ਦੀ ਉਡੀਕ, ਗਰਜ, ਸਾਵਧਾਨ, ਅਰਸ਼ ਕੰਬਦਾ, ਧਰਤੀ ਲਰਜ਼ਦੀ। ਮੇਰੇ ਜਿਸਮ 'ਚ ਜ਼ੋਰਾਂ ਦੀ ਕੰਬਣੀ ਛਿੜਦੀ ਹੈ। ਬੱਚਿਆਂ ਦਾ ਐਮਰਜੈਂਸੀ ਰੂਮ, ਐਮਰਜੈਂਸੀ ਦਾ ਸਾਰਾ ਅਮਲਾ ਸਾਵਧਾਨ ਦੀ ਮੁੰਦਰਾ 'ਚ ਇੱਕ 13 ਸਾਲਾ ਕੁੜੀ ਸਾਹਮਣੇ ਸਟ੍ਰੈਚਰ 'ਤੇ ਪਈ ਦਰਦ ਨਾਲ ਤੜਫ ਰਹੀ ਹੈ। ਨਰਸ ਕਹਿੰਦੀ ਹੈ, ਪੇਟ ਦਰਦ ਦੀ ਸ਼ਿਕਾਇਤ, ਪਰ ਹਮਲਾ ਹੋਣ ਤੋਂ ਇਨਕਾਰੀ ਹੈ। ਮੈਨੂੰ ਤੇ ਪੂਰੇ ਦਿਨ ਲੱਗ ਰਹੇ ਨੇ। ਗਾਊਨ ਰਤਾ ਕੂ ਤਾਂ ਕਰਕੇ ਉਸ ਦਾ ਢਿੱਡ ਪਲੋਸਦੀ ਹਾਂ। ਉਹ ਪੂਰੇ ਜ਼ੋਰਾਂ ਨਾਲ ਚੀਖ ਰਹੀ ਹੈ। ਗਾਊਨ ਦੇ ਥੱਲੇ ਸਾਬਤ ਫਰੋਜ਼ਨ ਚਿਕਨ ਦੀ ਮਾਨੰਦ ਮਾਸ ਦਾ ਲੋਥੜਾ ਉਸ ਦੀ ਚੱਡੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਪਲ ਅੰਤਾਂ ਦੀ ਚੁੱਪ, ਚੁੱਪ ਦੀ ਹੋਂਦ, ਹੋਂਦ ਦੀ ਚੁੱਪ। ਮੇਰੇ ਪੈਰ ਜਿਵੇਂ ਮੇਰੇ ਜਿਸਮ ਨਾਲ ਕੀਲੇ ਗਏ ਨੇ। ਦੂਜੇ ਪਲ ਮਸ਼ੀਨ ਵਾਂਗਰ ਚਲਦੇ ਹੱਥ, ਖੂਨ, ਗਲੂਕੋਜ਼, ਖਿੱਚੀਆਂ ਨਜ਼ਰਾਂ, ਨਜ਼ਰਾਂ ਇੱਕ ਫੋਕਸ 'ਤੇ, ਇੱਕ ਸੇਧ ਤੇ ਫਿਰ ਇੱਕ ਲੰਬੀ ਤਿੱਖੀ ਚੀਖ ਤੇ ਇੱਕ ਜਾਨ ਪੁੜਕ ਕੇ ਜਿਸਮ ਤੋਂ ਬਾਹਰ। ਮਰੀਜ਼ਾਂ ਦੀ ਜਾਨ ਸੁਖਾਲੀ, ਸੁੱਖ ਦਾ ਸਾਹ। ਉਹ ਇੱਕ ਨਜ਼ਰ ਆਪਣੀ ਮਾਂ ਵੱਲ ਤੱਕਦੀ ਹੈ, ਦੂਜੀ ਨਜ਼ਰ ਆਪਣੇ ਬੱਚੇ ਵੱਲ। ਹੁਣ ਨਾਨੀ, ਮਾਂ, ਬੱਚਾ ਸਭ ਖੁਸ਼ ਹਨ। ਸਵੇਰ ਦੇ 6 ਵੱਜ ਗਏ ਹਨ। ਵੇਟਿੰਗ ਰੂਮ ਦੇ ਅੰਦਰ ਖੁਰਕ ਤੇ ਖਾਰਿਸ਼ ਨਾਲ ਵਿੰਨੇ ਬੱਚੇ ਜ਼ਹਿਰ ਖਾਂਦੇ, ਜ਼ਹਿਰ ਪੀਂਦੇ, ਜ਼ਹਿਰੀ ਸਵਾਸ ਲੈਂਦੇ, ਜ਼ਹਿਰੀ ਕੰਮ ਕਰਦੇ ਟੀਵੀ ਦਾ ਅਖੰਡ ਪਾਠ ਦੇਖ ਰਹੇ ਨੇ। ਬੱਚੇ ਹੁਣ ਬੱਚੇ ਨਹੀਂ ਰਹੇ। ਬੱਚਿਆਂ ਦੀ ਹੁਣ ਬੱਚਿਆਂ ਵਾਂਗਰ ਹੈਰਾਨ ਹੋਣ ਵਾਲੀ ਉਮਰ ਨਹੀਂ ਰਹੀ। ਟੀਵੀ ਦੇ ਰੰਗੀਨ ਪਰਦਿਆਂ ਲੈ ਆਉਂਦਾ ਹੈ ਉਹਨਾਂ ਨੂੰ ਬਚਪਨ ਤੋਂ ਇੱਕਦਮ ਜਵਾਨੀ ਵੱਲ। ਬੱਚੇ ਹੁਣ ਸਿਆਣੀਆਂ ਗੱਲਾਂ ਕਰਦੇ ਨੇ। ਬੱਚੇ ਹੁਣ ਨਿਆਣੇ ਨਹੀਂ ਰਹੇ। ਪੱਛਮੀ ਸੱਭਿਅਤਾ ਦੀ ਆਧੁਨਿਕ ਖਾਦ ਨਾਲ ਬੀਜ ਤੋਂ ਫਟਾਫਟ ਬਣ ਜਾਂਦੇ ਹਨ ਰੁੱਖ, ਜਿਨ੍ਹਾਂ ਦੀ ਛਾਂ ਨਹੀਂ। ਰੁੱਖ ਜਿਨ੍ਹਾਂ 'ਤੇ ਪੰਛੀ ਨਹੀਂ ਬੈਠਦੇ। ਰੁੱਖ ਜਿਨ੍ਹਾਂ ਦੇ ਫਲਾਂ 'ਚ ਰਸ ਨਹੀਂ ਹੁੰਦਾ। ਰੁੱਖ ਜਿਨ੍ਹਾਂ ਦੇ ਪੱਤਿਆਂ 'ਚ ਹਰਿਆਲੀ ਨਹੀਂ ਹੁੰਦੀ। ਇਲੈਕਟ੍ਰੋਨਿਕਸ ਦੇ ਰੋਲੇ ਰੱਪੇ ਤੋਂ ਦੂਰ, ਸਭ ਤਰ੍ਹਾਂ ਦੇ ਵਸਤ ਵਲੇਵਿਆਂ ਤੋਂ ਹੁਸੜ ਕੇ ਪਲ ਭਰ ਲਈ ਮੈਂ ਐਮਰਜੈਂਸੀ ਰੂਮ ਤੋਂ ਬਾਹਰ ਨਿਕਲਦੀ ਹਾਂ। ਬਾਹਰ ਹਸਪਤਾਲ ਦੇ ਬੋਇਲਰ ਰੂਮ ਦੀ ਚਿਮਨੀ ਮਨਾ ਮੋਹੀ ਧੂੰਆਂ ਉਗਲ ਰਹੀ ਹੈ। ਸੜਕਾਂ 'ਤੇ ਮੋਟਰਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਨਜ਼ਰ 'ਚ ਚਾਹਤ, ਮਨ 'ਚ ਜੁਸਤਜੂ, ਰਸੀਲੀ ਸਵੇਰ, ਭਿੱਜੀ ਵਾਯੂ, ਧੁੰਦਲ ਕੇ ਵਰਦੇ ਰੰਗ, ਆਪਣੇ ਚੋਟਦੇ ਧੂਏਂ ਦੀਆਂ ਚੱਕਰਦਾਰ ਪੌੜੀਆਂ 'ਤੇ ਚੜ੍ਹਦੀ ਹਾਂ। ਹਰ ਪੌੜੀ 'ਤੇ ਦੇਹ ਲੁਟਕੀ ਪਈ ਹੈ। ਦੇਹਾਂ 'ਤੇ ਪੈਰ ਧਰਦੀ ਚੱਲੀ ਜਾ ਰਹੀ ਹਾਂ।
ਮੇਰੇ ਨਾਲ ਚੱਲ ਰਹੀ ਹੈ ਹਰੇਪਨ ਤੋਂ ਹੀਨ ਸਿਰ ਝੁਕਾਈ ਇਹ ਸਦੀ। ਹਰ ਪਲ ਇੱਕ ਪ੍ਰਹਾਰ, ਹਰ ਪਲ ਇੱਕ ਚੋਟ, ਹਰ ਪਲ ਇੱਕ ਹਾਰ। ਇੱਧਰ ਦਲਦਲ ਉੱਧਰ ਦਲਦਲ, ਕਿਸ ਗੱਲ ਲਈ ਰੁਕੀ ਹਾਂ ਮੈਂ? ਕਿਉਂ ਨਹੀਂ ਆਖ ਜਾਂਦੀ ਇਸ ਤਰੰਗਹੀਨਤਾ ਤੋਂ, ਇਸ ਸੁੰਨੇਪਨ ਤੋਂ, ਇਸ ਸਖਨੇਪਨ ਤੋਂ? ਪਿੱਛੇ ਮੁੜਨਾ ਜੇਕਰ ਹਾਰ ਹੈ ਤਾਂ ਜਿੱਤ ਕੀ ਹੈ ਰੱਬ ਜਾਣੇ।